ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਉ ਸੁਪਨਾ ਅਰ ਭੇਖਨਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਾਰਣੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜਿਹ ਚੀਤ। ਨਿਸ ਦਿਨ ਮਾਇਆ ਕਾਰਣੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜੇ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਹੋ ਜੁਗ ਅਟਲ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਈਮਾਨ ਹੋਈ ਬੈਠੇ ਗੁਰੂ ਸਵਾਰੀ ਸਤ ਸੰਗੀ ਜਨੋਂ ਵਡਭਾਗੀ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਬੈਠ ਨਿਤਨੇਮ ਬਾਣੀ ਦੇ ਜਾਪ ਸਿਮਰਨ ਕੀਤਾ ਹੈ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ, ਗੁਰੂ ਕੇ ਬਚਨ ਸਾਡੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ। ਸਤਿਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤਿਨਾਂ ਦੇ 400 ਸਾਲਾ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਸਤਿਗੁਰਾਂ ਦੇ ਪਾਵਨ ਬਾਣੀ ਵਿੱਚੋਂ ਆਪਾਂ ਦਰਸ਼ਨ ਦੀਦਾਰ ਕਰ ਰਹੇ ਹਾਂ। ਕੱਲ ਆਪਾਂ ਸਤਿਗੁਰੂ ਦੇ ਬਚਨਾਂ ਨੂੰ ਵਿਚਾਰ ਰਹੇ ਸਾਂ ਕਿ ਆ ਸਰੀਰ ਦੇ ਅੰਦਰ ਮਿਲੀ ਹੋਈ ਰਸਨਾ, ਇਸ ਜੇਬਾ ਦੇ ਨਾਲ ਕਿਸੇ ਦਾ ਬੁਰਾ ਨਾ ਹੋ ਜਾਏ। ਇਸ ਜੇਬਾ ਦੇ ਨਾਲ ਸੱਚ ਦੀ ਹੀ ਗੱਲ ਕਰੀ, ਸੱਚ ਨੂੰ ਹੀ ਆਰਾਧੀ,
ਤੇ ਜੇ ਤੈਨੂੰ ਸਮਝ ਪੈ ਗਈ ਤੇ ਕਿਸੇ ਹੋਰ ਨੂੰ ਵੀ ਜੋੜਨ ਦਾ ਯਤਨ ਕਰੀ। ਪਰ ਇਹ ਸਭ ਕੁਝ ਹੋਏਗਾ ਤਾਂ ਜੇ ਆਪਣੇ ਕੰਨਾਂ ਦੇ ਅੰਦਰ, ਆਪਣੇ ਸਰਵਣਾਂ ਦੇ ਅੰਦਰ ਚੰਗਾ ਭੇਜਣ ਦਾ ਯਤਨ ਕਰਾਂਗੇ। ਜੋ ਕੁਝ ਸਾਡੇ ਹਿਰਦੇ ਦੇ ਅੰਦਰ, ਸਰੀਰ ਅੰਦਰ, ਸੁਰਤ ਅੰਦਰ ਹੋਵੇਗਾ, ਉਹੀ ਫਿਰ ਰਸਨਾ ਤੋਂ ਬਾਹਰ ਨਿਕਲੀ ਜਾਏਗਾ। ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਆਪਾਂ ਕੱਲ ਵਿਚਾਰ ਰਹੇ ਸਾਂ। ਅੱਜ ਜੋ ਸਾਹਿਬ ਜੀ ਨੇ ਬਚਨ ਬਖਸ਼ਿਸ਼ ਕੀਤੇ, ਕੁਝ ਸਮਾਂ ਇਹਨਾਂ ਬਚਨਾਂ ਨੂੰ ਵਿਚਾਰਾਂਗੇ ਤੇ ਨਾਲ ਨਾਲ ਅੱਜ ਉਹ ਪਾਵਨ ਇਤਿਹਾਸਕ ਦਿਹਾੜਾ ਜਿਸ ਦਿਨ ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਨ 1699 ਅੰਦਰ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕੇਸਗੜ੍ਹ ਦੀ ਪਹਾੜੀ ਤੇ ਸਜੇ ਹੋਏ ਦੀਵਾਨਾਂ ਅੰਦਰ 5 ਸਿਰਾਂ ਦੀ ਮੰਗ ਕੀਤੀ ਤੇ ਗੁਰੂ ਕੀ ਸੰਗਤ ਵਿੱਚੋਂ ਗੁਰੂ ਕੇ ਸਿੰਘ 5 ਵਾਰੀ ਖੜੇ ਹੋ ਕੇ ਸਤਿਗੁਰੂ ਨੂੰ ਆਪਾ ਭੇਟ ਕਰਦੇ ਨੇ। ਜਦੋਂ ਸਤਿਗੁਰੂ ਨੂੰ ਆਪਾ ਭੇਟ ਕੀਤਾ ਤੇ ਸਾਹਿਬ ਜੀ ਨੇ ਵੀ ਆਪਣੇ ਵੱਲੋਂ ਉਹਨਾਂ ਨੂੰ ਪਿਆਰੇ ਹੋਣ ਦਾ ਮਾਣ, ਖਿਤਾਬ, ਸਤਿਕਾਰ ਬਖਸ਼ਿਸ਼ ਕਰ ਦਿੱਤਾ। ਇਹ ਪਾਵਨ ਇਤਿਹਾਸਕ ਦਿਹਾੜਾ ਅੱਜ ਇਸ ਪਾਵਨ ਦਿਹਾੜੇ ਦੀ ਵੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਾਹਿਬ ਜੀ ਦੇ ਪਾਵਨ ਬਚਨ ਜਾਂ ਇਤਿਹਾਸ ਨਾਲ ਨਾਲ ਸਮਾਂ ਮਿਲਿਆ ਤੇ ਇਸ ਸੰਬੰਧੀ ਵੀ ਕੁਝ ਹੋਰ ਵਿਚਾਰਨ ਦਾ ਯਤਨ ਕਰਾਂਗੇ। ਸਾਹਿਬ ਜੀ ਨੇ ਜੋ ਇਹਨਾਂ ਸ਼ਲੋਕਾਂ ਅੰਦਰ ਬਖਸ਼ਿਸ਼ ਕੀਤੀ, ਵਿਚਾਰ ਆਰੰਭਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਸਤਿਕਾਰ ਨਾਲ ਅਸੀਸ ਬਖਸ਼ਦਿਆਂ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਸਾਹਿਬ ਜੀ ਨੇ ਇਹਨਾਂ ਪਾਵਨ ਬਚਨਾਂ ਦੀ ਆਰੰਭਤਾ ਕਰਦਿਆਂ ਜੋ ਸਾਂਝ ਪਾਈ, ਕਹਿਣ ਲੱਗੇ, ਜਿਉਂ ਸੁਪਨਾ ਅਰ ਪੇਖਨਾ ऐसे जग को जान, इनमें कछ साचो नहीं, नानक बिन भगवान। के दुनिया दे अंदर विचरण वाले जगत दे लोको ज्यों सुपना अर पेखना, जिवें आपां शरीरक तौर ते आराम करदे आं, भावें दिन होवे भावें रात होवे, ਜਦੋਂ ਵੀ ਕਿਤੇ ਆਰਾਮ ਕਰਨ ਦਾ ਸਮਾਂ ਮਿਲਿਆ, ਉਸ ਆਰਾਮ ਕਰਦਿਆਂ ਹੋਇਆਂ ਕੁਝ ਸੁਪਨੇ ਚੱਲ ਪੈਂਦੇ ਨੇ। ਕਹਿਣ ਲੱਗੇ, ਉਹ ਸੁਪਨੇ ਸੱਚ ਨਹੀਂ ਹੋਇਆ ਕਰਦੇ। ਆ ਜਿਹੜੀ ਸੰਸਾਰ ਦੀ ਖੇਡ ਹੈ, ਇਹ ਵੀ ਰੱਬ ਦੇ ਪਿਆਰਿਆਂ ਨੂੰ ਸਦੀਵ ਕਾਲ ਲਈ ਸੱਚ ਨਹੀਂ ਲੱਗਦੀ। ਹਾਂ, ਮਾਇਆ ਧਾਰੀ ਇਨਸਾਨ, ਦੁਨੀਆ ਦੇ ਧੰਦਿਆਂ ਦੇ ਅੰਦਰ ਹੀ ਫਸਿਆ ਹੋਇਆ ਇਨਸਾਨ, ਮੋਹ ਮਾਇਆ ਦੇ ਅੰਦਰ ਖਚਤ ਹੋਇਆ ਇਨਸਾਨ, ਇਸ ਨੂੰ ਸਦੀਵ ਕਾਲ ਲਈ ਸੱਚ ਮੰਨ ਕੇ ਬੈਠ ਜਾਂਦਾ ਹੈ। ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ, इनमें कछ साचो नहीं। ना सुपना सच्चा है ना संसार सच्चा है, इनमें कछ साचो नहीं। नानक बिन भगवान, एक रब तो भगवान तो बिना सदीव कुछ भी रहन वाला नहीं। जे भगवान दी रब दी गल आई ते आपां जपजी साहिब दे अंदर ही इन्हां बचनां नूं पढ़दे हां। आद सच जुगाद सच है भी सच, नानक होसी भी सच। जपजी साहिब दे अंदर ये दो श्लोक आए हैं, आरंभता अंदर भी ते समाप्ति ते भी। सहम कहन लगे, आद सच जुगाद सच है भी सच, नानक होसी भी सच। ते बाद अंदर जेड़ा आपां श्लोक पढ़दे हां,
जिनी नाम ते आया गए मशक्कत घाल, नानक ते मुख उजले केती छुट्टी नाल। जपजी साहिब दे अंदर ये 2 श्लोक ने ते इन्हां दा होर जिक्र साहिब जी ने सुखमनी साहिब दे अंदर 17वीं अष्टपदी दी आरंभता अंदर भी यही बचन बख्शिश कर दिता, पर उथे थोड़ा जिहा सिहारी दे नाल फर्क रखिया। सिहारी दा अर्थ हुंदा छोटी ई दी मात्रा, बिहारी दा अर्थ वड्डी ई दी मात्रा। उथे बचन आउंदा आद सच, जुगाद सच, है भे भी नहीं उथे आएगा, है भे सच, नानक होसी भे सच। ये 2 श्लोकां अंदर भी साहब ने यही कहा कि रब पहला भी मौजूद सी, वो हुण भी मौजूद है। संसार भावें रहे जा ना रहे, वो आउण वाले समय अंदर भी मौजूद रहेगा। इसे नूं गुरु गोबिंद सिंह पातशाह अपनी रचना दे अंदर बयान करते ने, कहन लगे जिमी जमा के बिखै समस्त एक जोत है, ना घाट है ना बाढ़ है, ना घाट बाढ़ होत है। भगवान ने रब ने सदीव काल नहीं रहना है, उस ऊपर समय का कोई प्रभाव नहीं पैना। उसे नूं मूल मंत्र दे अंदर भी आपां बचन पढ़दे आ कि अकाल मूरत, एक शब्द है काल, जिहड़ा समा जदों ऐड़ा लग जाए ते ये उल्ट हो जाता है। अकाल मूरत ओ समय तो रहत हस्ती है, उस ऊपर समय का प्रभाव कोई नहीं पैना। असीं जे श्वास चलते रहे ते 3 पड़ावां दे विचों निकल के आखिर संसार दे विचों वापस चले जाने आ। इस नूं सतगुरु जी ने अगे जाके बयान करना है कि बाल, जवानी और बिरध फुन 3 अवस्था जान, बस आ 3-4 अवस्थावां विचों निकल के ऐ जीव तेरा अंत हो जाएगा। ज्यों सुपना और पेखना ऐसे जग को जान, इनमें कछ साचो नहीं, नानक बिन भगवान। सतगुरु जी गुरु तेग बहादुर साहब ही पावन बाणी दे अंदर इस दा होर भी जिक्र करते ने। रे नर ए साची जी धार, सगल जगत है जैसे सुपना, बिनसत लगत न बार, बारू पीत बनाई रचपच, रहत नहीं दिन चार, तैसे ही ये सुख माया के उर्जो कहां गवार। साहब कह लगे सारा कुछ सुपना है। दूजा उदाहरण दिता, कह लगे जिवें बच्चे किते मिट्टी दे नाल खेडदे होण, रेत दे नाल खेडदे होण ते कई बार वो भी मिट्टी दे घर बना लैंदे ने। जिस वक्त घर तो आवाज पई कि वापस मुड़ आओ ते ओ की करदे ने, जांदे जांदे बनाया होया मिट्टी दा घर अपने हथी ही तोड़ के ओ चले जांदे ने। जे गुरु तेग बहादुर साहब कह लगे आप नाम ही तोड़ के गए ते ए मिट्टी दा घर जेड़ा है किन्ना क समा बनिया रहेगा, आखिर उसने टुट जाना है। इसे तरह ही ए सुपना है। रे नर ए साची जी धार, सगल जगत है जैसे सुपना, बिनसत लगत न बार। बारू, बारू दा अर्थ रेत, बारू पीत बनाई रचपच, रहत नहीं दिन चार, तैसे ही ये सुख माया के उर्जो कहां गवार। पर संसार दे जीवनों समझाउणा जिहड़ा कि बड़ा औखा है, इस नूं जगाउणा बड़ा औखा है, क्योंकि शरीरक तौर ते जे कोई सुता होवे ते उस नूं बड़ा सौखा जगाया जा सकदा है। किते जरूरी काम जाना होवे वो आप ही कई बार अलार्म ला के सौ जाएगा, इन्ने क समय बाद मैनू जाग आ जाए, जां घर दे अंदर किते कोई खड़ाक होया, किते बच्चियां ने शोर कर दिता, कोई होर आवाज आई ते ए इंसान फिर भी एकदम उठ के खड़ा हो जाएगा, नींद इसकी चली जाएगी। घर दे अंदर किते कुत्ता जोर दी बोलदा है, ए इंसान सुता तां भी उठ पैंदा है। गली बाजार अंदर जांदी कोई गड्डी ने हॉर्न दे दिता, इसकी नींद तां भी खुल जाती है। शरीरक तौर ते ए बड़ी जल्दी जाग जाता है,
पर अंदरों इस नूं जगाउणा बड़ा औखा, क्योंकि ये कला आ शरीर दी नींद अंदर ही नहीं, ये बड़ी गहरी नींद मोह माया दे अंदर सौ गया। साहब जी ने पावन बाणी अंदर इसका जिक्र किया, कहन लगे नैनो नींद, सुते दा जिक्र चल रहा, कितों कितों सुता होया, नैनो नींद पर दृष्ट विकार, इन्हां नैणा दे नाल इस जगत नूं, इस संसार नूं देखना सी कि मेरे मालक जी तू इन्नी सोहनी रचना इस जगत दी कर दिती, किसे सोहने रूप नूं देख के तैनूं इह चेता आ जांदा कि ऐ रब जी जे संसार दे जीव इन्ने सोहने बनाए ते तू आप किन्ना सोहना होवेगा, तेरे वल ख्याल चला जांदा। भाई वीर सिंह ने इस नूं इस तरह बयानिया, कहन लगे सतगुरु ने नहीं कहा कि तुसी हर थां ते नेत्र बंद करी रखो, हर थां ते नेत्र खोल के किसे वल देखो ही ना, देखो पर इन्हां अखां दे राहीं जिथे मनोविग्यानक कहंदे ने कि 83% इन्हां अखां दे राहीं अंदर विकार जांदे ने, पर जे गुरु की विचार धारा कोल होवेगी ते फिर कहन लगे पर बेटी को बेटी जाने, पर स्त्री को मात बखाने, पता लगेगा साडे घर अंदर भी धी है, साडे घर अंदर भी मां है। भाई वीर सिंह कहन लगे अखियों तकना बाण तुहाडी, कौन कहे तुसी तको ना, कोई रोकदा थोड़ी तकन तो, ए नेत्रो मेरियो हर तुम में जोत हरी, तुहाडे अंदर मालक ने अपनी सता अपनी जोत टकाई, तुसी रज रज के देखो, पर उस रूप तक सीमित ना रह जाओ, ओ रूप जिसने बनाया उस तक चले जाओ। अखियों तकना बाण तुहाडी, कौन कहे तुसी तको ना, तकदियां तकदियां रज रज तको, तकदियां तकदियां थको ना, पर उस दाते दे अमृत विच जहर घोल तुसी फको ना, इन्हां नेत्रां राही अंदर विकार ना चले जान। साहब कहन लगे मैनू बहुतात गुरु की पावन बाणी तो दूर होया इंसान सुता ही नजर आउंदा है। नैनो नींद पर दृष्ट विकार, श्रवण सोए सुन निंद विचार। साहब कहन लगे कन जेड़े सन ये किसे दी निंदिया दे अंदर मस्त हो गए, इन्हां कन्नां राही करते दी गल अंदर जानी चाहिदी सी, पर ये भी निंदिया चुगली दे अंदर मस्त हो गए। नैनो नींद पर दृष्ट विकार, श्रवण सोए सुन निंद विचार, रसना सोई लोभ मीठे साध, मन सोया माया बिस्माद, इस ग्रह में कोई जागत रहे, साबत वस्त ओ अपनी लहै, ये कोई कोई जानदा है, जेड़ा सही सलामत इन्हां मिले कोई सवासां नूं सफलियां करदियां होयां रब दे घर दे अंदर वापस चला जांदा है। ये रास पूंजी सवासां दी मिली हुई है, जिवें कोई माता पिता अपने बच्चे नूं किते दूर काम ते भेजे ते कुछ पैसे पहला दे दिंदा है कि पैसे कमाउणे हन, पर पहला पैसे दिते जांदे ने कि इन्हां पैसिਆਂ दे नाल इन्हां रुपइयां दे नाल वादा करके घर दे अंदर उन्हां रुपइयां नूं मोड़ी जाई। पर जे इंसान मनमुख बन के माता पिता दे दिते हुए ओ पैसे भी बर्बाद कर दे ते फिर घर वापस जाना बड़ा औखा हो जाता है। इसे करके ही मनमुख इंसान मौत तो डरदा है कि पता नहीं एक दिन जगत दे विचों जावांगा ते की होवेगा, पर जिन्हां दे हिरदे अंदर करता वस जाए उन्हां नूं डर रहिंदा ही कोई नहीं। भगत रविदास जी कहंदे उरवार पार के दानियां लिख लियो आल पताल, मोए जम डंड ना लागी तजी ले सर्ब जंजाल। रस्ते अंदर बैठे हुए जमदूत होण, चित्र गुप्त होवे जेड़ा मर्जी होवे, जो मर्जी तुसी अपने लेखे अंदर लिखी फिरो, क्योंकि मेरा करता जानदा है कि मैं जगत दे अंदर आके की कीता। साहब कह लगे इंसान इस सुपने अंदर खचत हो गया, सुत्या सुपना आया ते उस दी उम्र जेड़ी है कुछ छोटी हो सकती है, क्योंकि वो बंद अख दा सुपना है। कुछ समा सुते ते सुपना आया, सुपने अंदर बड़ा कुछ देखिया, पर वो सच ते कोई ना रहा ते आ एक जागदी आ कह लिए एक खुली अख दा सुपना है। इहदी उम्र जिहड़ी है कुछ लंबी हो सकती है। ना वो रात दा सुपना सुत्यां दा सुपना रहा ते ना आ सुपना रहना है
ਦੋਵੇਂ ਸੁਪਨੇ ਹਨ, ਇਹਨਾਂ ਸੁਪਨਿਆਂ ਨੇ ਟੁੱਟ ਜਾਣੇ। ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਇਹ ਨਹੀਂ ਕਿਹਾ ਕਿ ਰੱਬ ਨੂੰ ਜਾਣ, ਇਸ ਤਰ੍ਹਾਂ ਜਗ ਨੂੰ ਜਾਣ, ਜਗਤ ਨੂੰ ਜਾਣ ਕਿ ਜਗਤ ਦੇ ਵਿੱਚੋਂ ਇੱਕ ਦਿਨ ਬਿਨਸ ਜਾਣਾ ਹੈ। ਜਗਤ ਨੇ ਵੀ ਸਮਾਂ ਪਾ ਕੇ ਬਿਨਸ ਜਾਣਾ ਹੈ। ਭਾਵੇਂ ਸਾਹਿਬ ਕਹਿੰਦੇ ਹਨ ਇਹ ਜਗ ਸੱਚੇ ਕੀ ਹੈ ਕੋਠੜੀ, ਪਰ ਧਿਆਨ ਦੇ ਨਾਲ ਬਚਨਾਂ ਨੂੰ ਵਾਚੀਏ। ਕਈ ਵਾਰ ਸਾਨੂੰ ਬਚਨ ਪੜ੍ਹਦੇ ਆ ਭੁਲੇਖਾ ਲੱਗ ਜਾਂਦਾ ਹੈ। ਅਸੀਂ ਸਵਾਲ ਕਰ ਸਕਦੇ ਆ ਕਿ ਤੁਸੀਂ ਕਹਿੰਦੇ ਹੋ ਸਭ ਕੁਝ ਬਿਨਸ ਜਾਣਾ ਹੈ, ਸਾਹਿਬ ਤੇ ਕਹਿ ਰਹੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ, ਪਰ ਜਦੋਂ ਕਿਤੇ ਧਿਆਨ ਦੇ ਨਾਲ ਪੜਾਂਗੇ ਸਮਝ ਪੈ ਜਾਏਗੀ ਇਹ ਜਗ ਸੱਚੇ ਕੀ ਹੈ ਕੋਠੜੀ, ਪਰ ਕੋਠੜੀ ਤੇ ਸੱਚੀ ਨਹੀਂ ਕਿਹਾ। ਇਹ ਜਗ ਸੱਚੇ ਕੀ ਹੈ ਕੋਠੜੀ, ਬਣਾਉਣ ਵਾਲਾ ਦੁਈ ਕੁਦਰਤ ਸਾਜਣ ਵਾਲਾ ਤੇ ਮਾਲਕ ਆਪ ਹੀ ਹੈ, ਪਰ ਇਹ ਤੇ ਨਹੀਂ ਉਸਨੇ ਕਿਹਾ ਕਿ ਇਹ ਕੋਠੜੀ ਵੀ ਸੱਚੀ ਹੈ। ਇਸਨੇ ਤਾਂ ਸਮਾਂ ਪਾ ਕੇ ਬਿਨਸ ਜਾਣਾ। ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਸੁਪਨੇ ਨੂੰ ਤੇ ਜਗਤ ਨੂੰ ਇਹ ਸਮਝ ਲੈ ਇੱਕ ਦਿਨ ਛੱਡ ਕੇ ਚਲੇ ਜਾਣਾ, ਜਾਂ ਇਸ ਸੰਸਾਰ ਨੇ ਇੱਕ ਦਿਨ ਬਿਨਸ ਜਾਣਾ ਹੈ। ਇਸ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਕੁਝ ਆਪਣੇ ਵੱਲੋਂ ਉਦਾਹਰਨਾਂ ਦੇ ਕੇ ਹੋਰ ਸਪਸ਼ਟ ਕਰ ਦਿੱਤੀ। ਕਹਿਣ ਲੱਗੇ ਆ ਸਾਡੇ ਬਣੇ ਕੋਈ ਜਿਹੜੇ ਘਰ ਹਨ ਇਹ ਕਿੰਨਾ ਕਿੰਨਾ ਲੰਬਾ ਸਮਾਂ ਚੱਲ ਜਾਂਦੇ ਨੇ। ਗੁਰੂ ਸਾਹਿਬਾਨ ਜੇ ਇਤਿਹਾਸ ਦੀ ਗੱਲ ਕਰਦੇ ਆ ਤੇ 400 500 550 ਸਾਲ ਕਹਿ ਲਈਏ, ਸਾਡਾ ਇਤਿਹਾਸ ਇੰਨਾ ਕੀ ਪੁਰਾਣਾ ਹੈ। ਤੇ ਕਈ ਐਸੀਆਂ ਬਿਲਡਿੰਗਾਂ ਜਿਹੜੀਆਂ ਸਤਿਗੁਰੂ ਨੇ ਆਪਣੇ ਹੱਥੀਂ ਉਸਾਰੀਆਂ, ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਲਾ ਆਨੰਦਗੜ੍ਹ ਉਹ ਅੱਜ ਵੀ ਉਸੇ ਤਰ੍ਹਾਂ ਹੀ ਉਸਰਿਆ ਹੋਇਆ ਹੈ। ਜਿਵੇਂ ਮਰਜੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਲਈਏ, ਬੜੀਆਂ ਚੀਜ਼ਾਂ ਪੁਰਾਤਨ ਮਿਲ ਜਾਣਗੀਆਂ। ਖੈਰ ਸਾਡੇ ਵਿੱਚ ਕੁਝ ਕਮੀਆਂ ਵੀ ਕਿ ਅਸੀਂ ਪੁਰਾਤਨ ਨਿਸ਼ਾਨੀਆਂ ਨੂੰ ਤੋੜ ਦਿੱਤਾ। ਜੇ ਕਿਤੇ ਅੱਜ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ ਤੇ ਸਾਨੂੰ ਪੁਰਾਤਨ ਨਿਸ਼ਾਨੀਆਂ ਮਿਲਦੀਆਂ ਕੋਈ ਨਹੀਂ। ਜਿੱਥੇ ਵੀ ਜਾਂਦੇ ਹਾਂ ਸਾਡੇ ਬੱਚੇ ਕਹਿ ਦਿੰਦੇ ਨੇ ਇਹ ਵੀ ਗੁਰਦੁਆਰਾ ਉਸ ਤਰ੍ਹਾਂ ਦਾ, ਉਹ ਵੀ ਗੁਰਦੁਆਰਾ ਉਸ ਤਰ੍ਹਾਂ ਦਾ, ਉੱਥੇ ਵੀ ਪੱਥਰ ਲੱਗਾ, ਇੱਥੇ ਵੀ ਪੱਥਰ ਲੱਗਾ, ਉਸ ਤਰ੍ਹਾਂ ਦੀ ਬਿਲਡਿੰਗ ਉੱਥੇ, ਉਸ ਤਰ੍ਹਾਂ ਦੀ ਹੀ ਬਿਲਡਿੰਗ ਇੱਥੇ। ਫਰਕ ਕੀ ਹੋਇਆ? ਜੇ ਬੱਚੇ ਨੂੰ ਇਤਿਹਾਸ ਪੜਾਈਏ ਤੇ ਸਮਾਂ ਲੱਗਦਾ ਸਮਝਣ ਅੰਦਰ, ਪਰ ਜੇ ਕਿਤੇ ਉਹ ਨਿਸ਼ਾਨੀਆਂ ਕਾਇਮ ਹੁੰਦੀਆਂ ਤੇ ਬੜੀ ਜਲਦੀ ਸਾਡੇ ਬੱਚੇ ਦੇਖ ਕੇ ਉਹਨਾਂ ਨੂੰ ਸਮਝ ਲੈਂਦੇ। ਖੈਰ ਸਾਡੀ ਕੌਮ ਇਸ ਪਾਸੇ ਵੱਲ ਵੀ ਕੋਈ ਬਹੁਤੀ ਸੁਚੇਤ ਨਾ ਹੋਈ ਤੇ ਮਿਲੀਆਂ ਹੋਈਆਂ ਪੁਰਾਤਨ ਨਿਸ਼ਾਨੀਆਂ, ਭਾਵੇਂ ਉਹ ਠੰਡਾ ਬੁਰਜ ਹੋਵੇ, ਭਾਵੇਂ ਕੋਈ ਹੋਰ ਗੱਲ ਕਰ ਲਈਏ, ਉਹ ਨਿਸ਼ਾਨੀਆਂ ਸਾਡੀਆਂ ਮਿਟਾ ਦਿੱਤੀਆਂ ਗਈਆਂ। ਪਰ ਫਿਰ ਵੀ ਕਹਿ ਲਈਏ ਕੁਝ ਨਿਸ਼ਾਨੀਆਂ ਅਜੇ ਕਾਇਮ ਹਨ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਮੈਂ ਗੱਲ ਸੁਪਨੇ ਦੀ ਕਰ ਰਿਹਾ, ਭਰਮ ਦੀ ਕਰ ਰਿਹਾ। ਇਹ ਜਗਤ ਦੇ ਅੰਦਰ ਆਪਾਂ ਸੰਸਾਰ ਅੰਦਰ ਦੇਖਦੇ ਆਂ, ਬੱਦਲ ਆਕਾਸ਼ ਅੰਦਰ ਚੜ ਕੇ ਆਉਂਦਾ ਹੈ। ਇਸ ਬੱਦਲ ਦੇ ਅੰਦਰ ਵੀ ਕਈ ਵਾਰ ਬੱਚੇ ਕਹਿ ਦਿੰਦੇ ਨੇ ਘਰ ਬਣ ਗਿਆ, ਘੋੜਾ ਬਣ ਗਿਆ, ਕਦੀ ਕੁਝ ਬਣ ਗਿਆ, ਕਦੀ ਕੁਝ ਬਣ ਗਿਆ। ਤੇ ਭਾਈ ਗੁਰਦਾਸ ਜੀ ਉਹਨਾਂ ਬੱਚਿਆਂ ਨੂੰ ਸਮਝਾਉਂਦੇ ਹੋਏ ਕਹਿਣ ਲੱਗੇ ਇਹ ਘਰ, ਇਹ ਘੋੜੇ ਇਹ ਅਸਲ ਨਹੀਂ, ਇਹ ਤਾਂ ਬੱਦਲ ਹੈ। ਹਵਾ ਦਾ ਝੋਕਾ ਆਉਣਾ ਤੇ ਸਾਰਾ ਕੁਝ ਬਿਨਸ ਜਾਣਾ ਹੈ। ਇਹ ਸਦੀਵ ਕਾਲ ਲਈ ਟਿਕਿਆ ਰਹਿਣ ਵਾਲਾ ਨਹੀਂ। ਭਾਈ ਗੁਰਦਾਸ ਜੀ ਨੇ ਦੂਸਰਾ ਉਦਾਹਰਨ ਦਿੱਤਾ। ਕਹਿਣ ਲੱਗੇ ਪਾਣੀ ਦੀ ਹੋ ਸਕਦਾ ਹੈ ਸਾਡੇ ਘਰ ਅੰਦਰ ਕਮੀ ਨਾ ਹੋਏ, ਕਿਸੇ ਹਰਿਆਵਲ ਵਾਲੇ ਇਲਾਕੇ ਅੰਦਰ ਚਲੇ ਜਾਈਏ ਪਾਣੀ ਦੀ ਉੱਥੇ ਵੀ ਕੋਈ ਕਮੀ ਨਾ ਹੋਏ, ਪਰ ਚਲੇ ਜਾਈਏ ਰੇਗਿਸਤਾਨ ਦਾ ਇਲਾਕਾ ਹੋਵੇ, ਉੱਥੇ ਇੱਕ ਪਿਆਸਾ ਹਿਰਨ ਦੂਰ ਨਜ਼ਰ ਮਾਰਦਾ ਹੈ ਤੇ ਉਸ ਪਾਸੇ ਵੱਲ ਰੇਤ ਦੇ ਕਣ ਚਮਕਦੇ ਨੇ ਤੇ ਇਹ ਪਾਣੀ ਸਮਝਦਾ ਹੋਇਆ ਉਸ ਪਾਸੇ ਵੱਲ ਦੌੜਿਆ ਜਾਂਦਾ ਹੈ। ਭੁਲੇਖਾ ਹੈ, ਸੁਪਨਾ ਹੈ, ਇਹ ਸੱਚ ਕੁਝ ਵੀ ਨਹੀਂ। ਜਦੋਂ ਦੌੜਿਆ ਹੋਇਆ ਉੱਥੇ ਪਹੁੰਚਿਆ ਪਤਾ ਲੱਗਾ ਪਾਣੀ ਨਹੀਂ, ਇਹ ਤਾਂ ਰੇਤ ਦੇ ਕਣ ਚਮਕਦੇ ਸਨ। ਹੁਣ ਦੂਸਰੇ ਪਾਸੇ ਨਜ਼ਰ ਮਾਰਦਾ ਹੈ, ਹੁਣ ਉਸ ਪਾਸੇ ਵੱਲ ਇਸ ਤਰ੍ਹਾਂ ਭੁਲੇਖਾ ਪੈ ਰਿਹਾ। ਜਦੋਂ ਉੱਥੇ ਪਹੁੰਚਦਾ ਹੈ ਤੇ ਉੱਥੇ ਵੀ ਰੇਤ ਦੇ ਕਾਣੀ ਚਮਕ ਰਹੇ ਸਨ, ਪਾਣੀ ਉੱਥੇ ਵੀ ਕੋਈ ਨਹੀਂ ਸੀ। ਭਾਈ ਗੁਰਦਾਸ ਜੀ ਨੇ ਤੀਸਰਾ ਉਦਾਹਰਨ ਦਿੱਤਾ। ਕਹਿਣ ਲੱਗੇ ਦੁਨੀਆ ਦੇ ਅੰਦਰ ਕੋਈ ਪਤਾ ਨਹੀਂ ਕਿੰਨਾ ਲੰਬਾ ਸਮਾਂ ਰਾਜ ਕਰ ਜਾਏ,
कोई 5 साल कर गया, कोई 10 साल कर गया। औरंगजेब वर्गा इत्थे 50 साल राज कर गया। महाराजा रणजीत सिंह वर्गा 40 साल इत्थे राज कर गया। कोई सदीव काली दिलां ते राज कर जांदा है। पर कहन लगे जे सुपना जदों आउंदा है ते सुपने अंदर भी कई अपने उस सुपने नूं देखदियां होइयां राज करी जांदे ने। उस सुपने अंदर भी बड़ा कुछ देख लैंदे ने। हुण की कहिए सुपने अंदर कीता होया राज वो सच होवेगा। भगत रविदास जी भी पावन बाणी अंदर इसका इशारा करते ने। कह लगे नरपत एक सिंहासन सोया, सुपने भया भिखारी, अशत राज बिछरुत दुख पाया, सो गत भई खमारी। साडी भी हालत कुछ इसे तरह की बन गई क्योंकि असी सुपने अंदर ही राज करी जा रहे हैं। असल दे अंदर सतगुरु दी विचार धारा नूं अंदर थां नहीं देंदे। सुपने चंगे भी लै सकदे सन जिसनों भाई वीर सिंह ने बयान किया। कहन लगे सुपने विच तुसीं मिले असां नूं, असां धाग लवकड़ी पाई, निरा नूर तुसीं हथ ना आए, साडी कम दी रही कलाई, ता चरना ते सीस नवाया, साडे मत्थे शो ना पाई, तुसीं उच्चे असीं नीवें सां, साडी पेश ना गईया काई। फिर लड़ फड़ने नूं उठ दौड़े। पर कह लगे लड़ ओ बिजली लहरा। साहब कह लगे भाई वीर सिंह जी कह लगे सुपने इस तरह के भी ले जा सकते ने, पर ये ते सुपने ही होर कोई ले जा रहा है जिन्हां ने सच कोई नहीं खोना। शायद राजे जनक ने अपनी सभा अंदर भी यही गल कही सी क्योंकि उसनों भी सुत्या सुपना आया। सुपने अंदर वो भिखारी बन जाता है ते उठ के देखदा है, कहंदा मैं ते राज कर रहा, मैं राजा हाँ। आ सुपना आया, इस अंदर भिखारी बन गया। मन अंदर एक सवाल खड़ा हो गया, हुण सच्चा केड़ा है? ओ सच्चा कि आ सच्चा जगत दा जेड़ा तमाशा ए सच्चा कि जेड़ा मैनू सुपना आया भिखारी बन गया ओ सच्चा? किसे नू उत्तर नहीं आया। जदों अष्टावक्र ओ सभा दे अंदर पहुंचदा है ते उसने जाके कह दिता ए राजा जनक केड़ियां गल्लां अंदर उलझियां फिरदा है। ना ओ सच्चा ते ना ए सच्चा, ना सुपना सच्चा ते ना तेरा आ जगत दा राज सदीव काली सच्चा, इसने भी नहीं रहना। भाई गुरदास जी ने अगला बचन किया, कहन लगे आ साडियां बिल्डिंगां, कईयां बिल्डिंगां दे अंदर किन्ने किन्ने साल लंघ जाणगे, कदी अंदर सूरज धुप प्रवेश नहीं करदी। पर भाई गुरदास जी कहन लगे किते दरखत दी छाया हेठ मंजा डाया होवे ते ओ मंजा फिर एक थां ते नहीं टिकदा, ज्यों-ज्यों छाया अगे जाई जाएगी। पुरातन बजुर्गां नूं देखदे हां आपां ਜਿਹੜੇ ਦਰਖਤਾਂ ਦੀ ਛਾਇਆ ਹੇਠ ਹੀ ਬੈਠ ਜਾਂਦੇ ਨੇ, ਜਿੰਨੀ ਕ ਅੱਗੇ ਛਾਇਆ ਜਾਏਗੀ ਉਹ ਆਪਣਾ ਮੰਜਾ ਵੀ ਉਨਾ ਹੀ ਅੱਗਾ ਕਰੀ ਜਾਣਗੇ ਕਿਉਂਕਿ ਜਿੱਥੇ ਪਹਿਲਾਂ ਮੰਜਾ ਡਾਇਆ ਹੋਇਆ ਸੀ ਉੱਥੇ ਧੁੱਪ ਆ ਗਈ, ਉਹ ਮੰਜਾ ਅੱਗੇ ਲੈ ਗਏ। ਭਾਈ ਗੁਰਦਾਸ ਜੀ ਕਹਿਣ ਲੱਗੇ ਆ ਵੀ ਇੱਕ ਸੁਪਨਾ, ਇੱਕ ਥਾਂ ਤੇ ਤਾਂ ਛਾਇਆ ਨਹੀਂ ਟਿਕੀ ਰਹੀ। ਉਹਨਾਂ ਨੇ ਅਖੀਰਲਾ ਉਦਾਹਰਨ ਦਿੱਤਾ, ਕਹਿਣ ਲੱਗੇ ਆ ਜਗਤ ਦਾ ਤਮਾਸ਼ਾ ਹੈ, ਇਹ ਕੁਝ ਲੰਬਾ ਹੋ ਸਕਦਾ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ भी कह लगे मैं हूं परम पुरख को दासा, देखण आयो जगत तमाशा। ये जगत दा तमाशा देखण वास्ते आया ते तमाशा कोई बहुता लंबा नहीं होया करदा। भाई गुरदास जी कहंदे कोई बाजीगर तमाशा करन वास्ते आया ते ओ तमाशा करदा, सारे नगर दे लोग आले दुआले खड़े हो के बड़े मस्त हो जांदे ने, पर कुछ समय अंदर ही वो तमाशा संकोच के फिर इकल्ले दा इकल्ला चल पैंदा है। इसे तरह रब पहला भी सी, उसने आ तमाशा रच दिता, वो हुण भी है, तमाशे नूं संकोच लवेगा, वो फिर भी रहेगा। साहब कहन लगे बस इस जगत नूं भी किते तमाशा सुपना इस नूं मन लै कि इत्थे सदीव टिके नहीं रहना। भाई गुरदास जी ने बचन कीते, खर चंदौरी देख के करदे परवासा, थल विच तपन भट्ठियां क्यों लह प्यासा, सोहणे राज कमाईए कर भोग बिलासा, छाया बिरख न रह थिर पूजे क्यों आसा, बाजीगर दी खेड़ ज्यों सब कूड़ तमाशा। जिवें बाजीगर दी खेड़ ओ तमाशा है, इसे तरह की साहब कह रहे ने ज्यों सुपना अर पेखना, ऐसे जग को जान इनमें का साचो नहीं, नानक
बिन भगवान। साहब कहन लगे ये तमाशा जिहड़ा है सदीव काल लई नहीं रहना, इस करके रे नर ਇਹ ਸਾਚੀ ਜੀ ਧਾਰ। सगल जगत है जैसे सुपना, बिन सत लगत न बार। एक दिन तुम ही चले जाना, एक दिन इस तमाशे ने भी चले जाना। इस मोह माया अंदर खचत न हो, निस दिन माया कारणे प्राणी डोलत नीत। जिन्हां नूं इस तमाशे दी समझ आ जाए वो गुरु नाल जुड़ जांदे ने, जिन्हां नूं इस तमाशे दी समझ नहीं आई वो इस माया दे अंदर ही दिन रात फस के मिले कोई समय नूं बर्बाद कर जांदे ने। ते जिन्हां ने इस नूं सुपना समझ लिया वो फिर सतगुरु जी केसगढ़ दी उस पहाड़ी ते इक्को वार आवाज मारदे ने ते उसे वक्त वो प्यारे जेड़े खन उठ के खड़े हो जाते ने, क्योंकि गुरु की पावन बाणी दा अंदर वासा है कि एक दिन इस जगत दे विचों चले ही जाना है। जे गुरु गोबिंद सिंह पातशाह अज आवाज ना भी मार दे तां भी तां जगत दे विचों चले ही जाना है। सदीव काली तां इत्थे टिके नहीं रहना। हुण इत्थे भी कुछ साडे इतिहास अंदर ऐसा भरम भुलेखा खड़ा कर दिता गया। 80,000 दा वो इकट्ठ है ते उत्थे कहंदे गुरु गोबिंद सिंह पातशाह जां इस तरह कह लीए सजे दीवान अंदर पहला आशा की वार दा कीर्तन होया, फिर भाई साहिब भाई मणि सिंह जिन्हां दे बंद बंद कट्टे गए उन्हां ने कथा विचारां कीतियां। उस तो बाद गुरु गोबिंद सिंह पातशाह स्टेज दे ऊपर खड़े हो के एक सिर दी मंग करदे ने, जिहड़ी मैं गल कर लगा सा भुलेखे वाली। साडे कुछ विद्वान साडा इतिहास कहंदा है कि जदों सतगुरु सीस मंगदे ने ते दीवान दे अंदर भाजड़ां पै गईयां। ये गल जिहड़ी है वो सही नहीं बैठदी, क्योंकि इत्थे तां पहुंचदे ही ओ ने जिन्हां ने आपा समर्पित कर दिता है। भावें वो बिदर दी धरती होवे, भावें दिल्ली दी धरती, लाहौर दी धरती, जगन्नाथपुरी होवे, सहम कह लगे जिसने आपा समर्पित किया है इत्थे ते आउंदा ही ओ है। अज ते आनंदपुर साहिब जाना होवे बड़ा सौखा है, कुछ घंटियां दे अंदर पहुंच जावांगे, पर उस समय अंदर देखो किते कच्चे रस्ते अंदर जंगली जानवर भी कोई सड़क दे ऊपर रस्ते ऊपर आ सकदा है। नदियां नाले भी आउंदे ने, कोई ब्रिज कोई पुल तां नहीं बने हुए, किन्ने किन्ने दिन रस्ते अंदर लग जांदे सन ते उत्थे पहुंचदे ने। इस गल नूं होर ये गल स्पष्ट कर देगी, गुरु तेग बहादुर साहिब दिल्ली दी धरती ते आउंदे ने ते नाल आए कोई 3 जिहड़े गुरु के सिख ने, भाई मती दास, सती दास, भाई दयाला जी आपा कुर्बान उस दिल्ली दी धरती ते कर रहे ने। ते जिहड़े 80,000 दा हुण इकट्ठ होया है उन्हां नूं नहीं पता कि इस घर दे अंदर समय दी जालम सरकार पता नहीं की कर दे, किसे वेले भी खल्ला हो सकदा है ते की कहिए हुण दीवान दे अंदर भाजड़ां पै गईयां। नहीं ये गल्लां सही नहीं बैठदियां। साहिब दे इन्हां बचनां नूं किसी विद्वान ने इस तरह बयान कर दिता कि जो आशिक है शहादत के वो जीना छोड़ देते हैं, खिलौना समझकर जिस्म को खुशी से फोड़ देते हैं। ना ताजो तख्त ना हूरों की हसरत है, खुदा भी खुदाई दे तो वापस मोड़ देते हैं। शहीद की जो मौत है वो कौम की हयात है, हयात तो हयात है वो मौत भी हयात है। वो प्यारियां ने आपा समर्पित किया होया है। भाजड़ां वालियां कोई गल्लां नजर नहीं आउंदियां जे सतगुरु दी पावन बाणी उपर इस कसवटी उपर परखदे आ। सतगुरु ने 5 सिरां दी मंग कीती ते 5 गुरु के सिख जिहड़े सन उसे वक्त वारी वारी गुरु नूं आपा समर्पित करन वास्ते तैयार हो जांदे ने। और सतगुरु ने किन्ना मान सन्मान देखो दे दिता। प्यारे शब्द किसे होर दे नाल नहीं वरतिया, भावें अपने पिता जी संबंधी ये बोल कहे ने कि गुरु तेग बहादुर साहिब साडे पिता जी ने दिल्ली दी धरती ते जाके जालम दे सिर ठीकरा शरीर दा पन दिता। ये वड्डा साका जिहड़ा है कीनो बड़ो कलू मैं साका वड्डा साका कर दिता। पर किते ये नहीं लिखिया प्यारे गुरु तेग बहादुर साहिब जां प्यारे माता गुजर कौर जी जां प्यारे मेरे साहिबजादे जे अरदास भी करते हैं
ਤੇ ਇਸ ਅਰਦਾਸ ਦੇ ਅੰਦਰ ਭਾਵੇਂ ਚਾਰੇ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ, ਪਰ ਬਾਅਦ ਅੰਦਰ ਆਉਂਦਾ ਹੈ ਪਹਿਲਾਂ ਪੰਜ ਪਿਆਰਿਆਂ ਦਾ ਜ਼ਿਕਰ ਆਉਂਦਾ ਹੈ। ਔਰ ਕਦੀ ਵੀ ਪਰਿਵਾਰ ਦੇ ਨਾਂ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਰਿਵਾਰ ਭਾਵੇਂ ਇੱਕ ਹਫ਼ਤੇ ਅੰਦਰ ਸਾਰੇ ਜੀ ਆਪਾਂ ਕੁਰਬਾਨ ਕਰ ਗਏ, ਪਰ ਉਹਨਾਂ ਦੇ ਨਾਂ ਦਾ ਕਦੀ ਵੀ ਕੜਾਹ ਪ੍ਰਸ਼ਾਦ ਵਰਤਾਉਣ ਲੱਗਿਆ ਕਦੀ ਉਹਨਾਂ ਦੇ ਨਾਂ ਦਾ ਪ੍ਰਸ਼ਾਦ ਨਹੀਂ ਕੱਢਿਆ ਜਾਂਦਾ, ਪਰ ਜਿਨ੍ਹਾਂ ਨੂੰ ਪਿਆਰੇ ਕਹਿ ਦਿੱਤਾ ਉਹਨਾਂ ਦੇ ਨਾਂ ਦਾ ਨਿਤ ਹੀ ਪ੍ਰਸ਼ਾਦ ਕੱਢ ਕੇ ਸੰਗਤ ਦੇ ਅੰਦਰ ਵਰਤਾਇਆ ਜਾਂਦਾ ਹੈ। ਗੁਰੂ ਕੋਲ ਦੇਗ ਜਿਹੜੀ ਹੈ ਕੜਾਹ ਪ੍ਰਸ਼ਾਦ ਪ੍ਰਵਾਨ ਕਰਾਇਆ ਜਾਂਦਾ ਹੈ, ਤੇ ਜਿਹੜੇ ਪੰਜਾਂ ਅੰਦਰ ਵਰਤਾਇਆ ਜਾਂਦਾ ਹੈ ਉਹਨਾਂ ਨੂੰ ਗੁਰੂ ਰੂਪ ਸਮਝ ਕੇ ਉਹਨਾਂ ਤੋਂ ਭੋਗ ਲਵਾਇਆ ਜਾਂਦਾ ਹੈ। ਖੈਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਹ ਪਿਆਰੇ ਜਿਹੜੇ ਸਨ ਇਹ ਨਿਕਟਵਰਤੀ ਬਣ ਗਏ, ਤੇ ਸਾਨੂੰ ਵੀ ਗੁਰੂ ਇਹ ਸਿਖਾਉਣਾ ਚਾਹੁੰਦਾ ਹੈ ਕਿ ਇਹ ਜਗਤ ਦੇ ਅੰਦਰ ਆਏ ਜੀਵ ਇਹ ਸੁਪਨਾ ਹੈ, ਪਰ ਇਸ ਸੁਪਨੇ ਦੇ ਅੰਦਰ ਰਹਿੰਦਿਆਂ ਰਹਿੰਦਿਆਂ ਗੁਰੂ ਦੇ ਨਾਲ, ਕਰਤੇ ਦੇ ਨਾਮ ਦੇ ਨਾਲ ਸਾਂਝ ਪਾ ਲੈ, ਕਿਉਂਕਿ ਅੱਜ ਜਿਹੜਾ ਮਹੀਨਾ ਆਰੰਭ ਹੋਇਆ ਹੈ ਇਸ ਅੰਦਰ ਵੀ ਸਾਹਿਬ ਨੇ ਇੱਥੇ ਇਹੀ ਸੰਦੇਸ਼ ਦਿੱਤਾ ਕਿ ਜਦੋਂ ਮੈਂ ਦੇਖਦਾ ਵਿਸਾਖ ਦਾ ਮਹੀਨਾ ਚੜ੍ਹਦਾ ਹੈ, ਫਸਲਾਂ ਕੱਟੀਆਂ ਜਾਂਦੀਆਂ ਨੇ, ਦਾਣੇ ਘਰ ਅੰਦਰ ਆ ਜਾਂਦੇ ਨੇ, ਕਿਸਾਨ ਬੜੇ ਪ੍ਰਸੰਨ ਹੋ ਜਾਂਦੇ ਨੇ, ਚਾਰ ਪੈਸੇ ਆ ਗਏ, ਫਿਰ ਉਹ ਮੇਲਿਆਂ ਤੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਐਸੇ ਬੜੇ ਅਖਾਨ ਜਾਂ ਇਸ ਤਰ੍ਹਾਂ ਦੇ ਬੜੇ ਲੋਕ ਗੀਤ ਪੰਜਾਬ ਅੰਦਰ ਮਿਲ ਜਾਂਦੇ ਨੇ, ਪਰ ਸਾਹਿਬ ਕਹਿਣ ਲੱਗੇ ਧਨ ਵੀ ਆ ਗਿਆ, ਸਭ ਕੁਝ ਦਾਣੇ ਵੀ ਘਰ ਅੰਦਰ ਆ ਗਏ, ਮੇਲੇ ਅੰਦਰ ਵੀ ਜਾ ਕੇ ਜੀਵ ਮਸਤ ਹੋ ਗਿਆ, ਪਰ ਉਹਨਾਂ ਜੀਵ ਇਸਤਰੀਆਂ ਨੂੰ ਧੀਰਜ ਨਹੀਂ ਆਉਂਦਾ ਜਿਨ੍ਹਾਂ ਦੇ ਹਿਰਦੇ ਅੰਦਰ ਇਹ ਸਮਝ ਪੈ ਗਈ ਕਿ ਅਸੀਂ ਕਰਤੇ ਦੇ ਨਾਲੋਂ ਵਿਛੜੇ ਹੋਏ ਆ। ਉਹਨਾਂ ਦਾ ਜਿਸ ਦਿਨ ਮਿਲਾਪ ਹੋਵੇਗਾ ਉਸੇ ਦਿਨ ਹੀ ਗੱਲ ਬਣਨੀ ਹੈ। ਵੈਸਾਖ ਧੀਰਨ ਕਿਉਂ ਵਾਂਡੀਆਂ, ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਦਾ ਪ੍ਰੇਮ ਤੋਂ, ਅਸਲੇ ਤੋਂ, ਮਾਲਕ ਤੋਂ ਵਿਛੋੜਾ ਪੈ ਗਿਆ, ਉਹਨਾਂ ਨੂੰ ਇਸ ਮਹੀਨੇ ਭਾਵੇਂ ਬਨਸਪਤੀ ਖਿੜ ਗਈ। ਆ ਚੇਤ ਅਤੇ ਬਸੰਤ ਇਹ ਦੋ ਮਹੀਨੇ ਜਿਹੜੇ ਹਨ ਅਸਲ ਦੇ ਅੰਦਰ ਇਹ ਹੀ ਬਸੰਤ ਦੇ ਹਨ। ਚੇਤ ਬਸੰਤ ਭਲਾ ਸ਼ਾਖਾ ਵੇਸ ਕਰੇ। ਭਾਵੇਂ ਹਰਮੰਦਰ ਸਾਹਿਬ ਆਪਾਂ ਦਰਬਾਰ ਸਾਹਿਬ ਦੇਖਦੇ ਆ ਕਿ ਉਹ ਲੋਹੜੀ ਤੋਂ ਆਰੰਭ ਕਰਦੇ ਨੇ, ਤੇ ਜਿਸ ਵਕਤ ਹੋਲਾ ਮਹੱਲਾ ਹੁੰਦਾ ਹੈ ਇਸ ਦਿਨ ਜਾ ਕੇ ਇਹ ਬਸੰਤ ਦੀ ਉਹ ਬਚਨ ਪੜ੍ਹਨੇ ਸਮਾਪਤ ਕਰ ਦਿੰਦੇ ਨੇ। ਪਤਾ ਨਹੀਂ ਕੀ ਕਾਰਨ ਹੈ, ਪਰ ਜਿਸ ਵਕਤ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ ਤੇ ਸਾਹਿਬ ਨੇ ਚੇਤ ਅਤੇ ਵਿਸਾਖ ਦਾ ਇਹ ਦੋਵੇਂ ਮਹੀਨੇ ਜਿਹੜੇ ਹਨ ਇਹ ਬਸੰਤ ਦੇ ਮੰਨੇ ਨੇ। ਕਹਿ ਲੱਗੇ ਜੇ ਬਾਹਰ ਬਨਸਪਤੀ ਤੇ ਖੇੜਾ ਆ ਗਿਆ, ਸਾਰੇ ਪਾਸੇ ਹਰ ਟਾਹਣੀ ਉੱਪਰ ਪੱਤੇ ਉੱਗ ਪਏ, ਸਾਰੇ ਪਾਸੇ ਖੁਸ਼ਹਾਲੀ ਹੋ ਗਈ, ਤੇ ਤੂੰ ਵੀ ਕਿਤੇ ਯਤਨ ਕਰ। ਅੱਜ ਤੇ ਕੋਈ ਹਾਲ ਚਾਲ ਪੁੱਛੇ ਤੂੰ ਕਹਿ ਦਿੰਦਾ ਬਿਲਕੁਲ ਠੀਕ, ਪਰ ਜਦੋਂ ਕੁਝ ਕੋਈ ਆ ਕੇ ਸੱਜਣ ਕੋਲ ਬੈਠ ਜਾਂਦੇ ਨੇ ਤੂੰ ਰੋਣਾ ਧੋਣਾ ਸ਼ੁਰੂ ਕਰ ਦੇਣਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਅਸਲ ਆਨੰਦ ਗੁਰੂ ਤੋਂ ਮਿਲੇਗਾ। ਆ ਦੁਨੀਆ ਦੀਆਂ ਗੱਲਾਂ ਵਿੱਚੋਂ ਆਨੰਦ ਨਹੀਂ ਆਉਣਾ। ਕਿਸ ਪੈ ਖੋਲੋਂ ਗੰਠੜੀ ਦੁਖੀ ਭਰ ਆਇਆ, ਇੱਥੇ ਹਰ ਕੋਈ ਇਨਸਾਨ ਦੁਖੀ ਨਜ਼ਰ ਆਉਂਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੇ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਦੁਨੀਆ ਦਾ ਸੁਖ ਚਲਾ ਜਾਏ ਤੇ ਰੋਣ ਲੱਗ ਪੈਂਦਾ ਹੈ, ਪਰ ਸਾਹਿਬ ਕਹਿਣ ਲੱਗੇ ਰੋਣਾ ਹੈ ਤੇ ਅਸਲ ਅੰਦਰ ਇਹ ਰੋਣਾ ਰੋ ਕਿ ਮੇਰਾ ਮਾਲਕ ਦੇ ਨਾਲੋਂ ਵਿਛੋੜਾ ਪੈ ਗਿਆ, ਮੈਂ ਆਪਣੇ ਕੀਤੇ ਕਰਮਾਂ ਕਰਕੇ ਵਿਛੋੜਾ ਪਾ ਲਿਆ, ਤੂੰ ਬਖਸ਼ਿਸ਼ ਰਹਿਮਤ ਕਰਕੇ ਮੈਨੂੰ ਦੁਬਾਰਾ ਅਸਲੇ ਦੇ ਨਾਲ ਮਿਲਾ ਦੇ। ਵੈਸਾਖ ਧੀਰਨ ਕਿਉਂ ਵਾਂਡੀਆਂ, ਜਿਨ੍ਹਾਂ ਪ੍ਰੇਮ ਵਿਛੋ, ਵੈਸਾਖ ਧੀਰਨ ਕਿਉਂ ਵਾਂਡੀਆਂ, ਜਿਨ੍ਹਾਂ ਪ੍ਰੇਮ ਵਿਛੋ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਪੁੱਤਰ ਕਲਤਰ ਇਸੇ ਨੂੰ ਹੀ ਸੱਚ ਮੰਨ ਲਿਆ, ਸੁਪਨੇ ਨੂੰ ਹੀ। ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਓ। ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋਹ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਦਈ ਵਿਸਾਰ ਵਿਗੁਚਣਾ ਪ੍ਰਭ ਨ ਅਵਰ ਨ ਕੋਏ। ਪ੍ਰੀਤਮ ਚਰਣੀ ਜੋ ਲੱਗੇ, ਜਿਵੇਂ ਪੰਜ ਪਿਆਰੇ ਜੁੜ ਗਏ। ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ
ਜਾਂ ਸੰਤ ਭੇਟੈ ਖਰਸੋਏ। ਸਾਹਿਬ ਕਹਿਣ ਲੱਗੇ ਫਿਰ ਜਿਨ੍ਹਾਂ ਦੀ ਸਾਂਝ ਬਣ ਜਾਂਦੀ ਹੈ ਉਹਨਾਂ ਦੇ ਇਸ ਮਹੀਨੇ ਅੰਦਰ ਖੁਸ਼ੀ ਖੇੜਾ ਪੈਦਾ ਹੋ ਜਾਂਦਾ ਹੈ। ਉਹ ਇਸ ਸੁਪਨੇ ਦੀ ਸਾਰੀ ਖੇਡ ਨੂੰ ਸਮਝ ਲੈਂਦੇ ਨੇ ਕਿ ਜਗਤ ਅੰਦਰ ਸਦੀਵ ਟਿਕੇ ਨਹੀਂ ਰਹਿਣਾ। ਨਿਸ ਦਿਨ ਮਾਇਆ ਕਾਰਣੇ ਪ੍ਰਾਨੀ ਡੋਲਤ ਨੀਤ। ਮਾਇਆ ਅੰਦਰ ਇਸੇ ਪਸਾਰੇ ਅੰਦਰ ਉਲਝਿਆ ਹੋਇਆ ਜੀਵ ਡੋਲਦਾ ਰਹੇਗਾ। ਪਰ ਸਾਹਿਬ ਕਹਿਣ ਲੱਗੇ ਸਾਰੇ ਨਹੀਂ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੇਤ। ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਜਿਸ ਨੂੰ ਕਰਤਾ ਚੇਤੇ ਰਹੇ ਤੇ ਸਾਹਿਬ ਕਹਿਣ ਲੱਗੇ ਫਿਰ ਉਸ ਦਾ ਆਇਆ ਹੋਇਆ ਇਹ ਸਫਲਾ ਹੋ ਜਾਂਦਾ ਹੈ। ਉਹ ਇਸ ਤਮਾਸ਼ੇ ਅੰਦਰ ਹੀ ਰਹਿੰਦਾ ਹੈ, ਪਰਿਵਾਰ ਅੰਦਰ ਜਗਤ ਅੰਦਰ ਹੀ ਰਹਿੰਦਾ ਹੈ, ਪਰ ਨਾਲ ਨਾਲ ਆਪਣੀ ਸੁਰਤ ਨੂੰ ਮਾਲਕ ਦੇ ਨਾਮ ਦੇ ਨਾਲ ਜੁੜ ਕੇ ਜੀਵਨ ਸੁਚੱਜਾ ਬਣਾ ਜਾਂਦਾ ਹੈ। ਸਹਿ ਬਖਸ਼ਿਸ਼ ਰਹਿਮਤ ਕਰਨ। ਇਹ ਗੁਰੂ ਕੀਆਂ ਪਾਵਨ ਵਿਚਾਰਾਂ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਣ। ਅੱਜ ਦੇ ਇਸ ਸ਼ੁਭ ਦਿਹਾੜੇ ਦੀ ਆਪ ਸਰਬੱਤ ਸੰਗਤਾਂ ਨੂੰ ਇੱਕ ਵਾਰੀ ਫਿਰ ਲੱਖ ਲੱਖ ਵਧਾਈ ਹੋਵੇ ਜੀ। ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।